ਵਾਕਈ ਉਹਦਾ 350 ਕਰੋੜ ਪ੍ਰਾਈਸ ਸੀਗਾ ਤੇ ਤੁਸੀਂ 98 ਕਰੋੜ ਚ ਵੇਚੀ ਹੈ। ਬੰਬੇ 'ਚ ਸਾਡਾ ਸਰਵਰ ਹੈ ਤੇ ਗਵਰਨਮੈਂਟ ਲੋਕਲ ਗਵਰਨਮੈਂਟ ਦੇ ਉੱਥੇ ਸਰਵਰ ਹੈ, ਉੱਥੋਂ ਕੰਟਰੋਲ ਹੁੰਦੀ ਹੈ। ਸਾਡੇ ਹੱਥ ਬਸ ਉਹਦੀ ਨਾ ਤਾਂ ਉਹਦੀ ਰਜਿਸਟ੍ਰੇਸ਼ਨ ਸਾਡੇ ਕੋਲੇ ਹੁੰਦੀ ਹੈ। ਸਾਡੇ ਕੋਲੇ ਤਾਂ ਜਦ ਤੱਕ ਉਹ ਬਿਡ ਸ਼ੀਟ ਆਫਟਰ ਆਲ ਜਦੋਂ ਟਾਈਮ ਖਤਮ ਹੋ ਜਾਂਦਾ ਹੈ ਔਰ ਫਾਈਨਲ ਬੰਦਾ ਆਉਂਦਾ ਵਾ, ਉਦੋਂ ਹੀ ਸਾਨੂੰ ਪਤਾ ਲੱਗਦਾ ਵਾ ਅਲਟੀਮੇਟਲੀ ਇਹ ਫਾਈਨਲ ਆਦਮੀ ਕੌਣ ਹੈ। ਜਿਹੜਾ ਇਲਜ਼ਾਮ ਹੈ ਕਿ 350 ਰੁਪਈਆ 350 ਕਰੋੜ ਮਾਰਕੀਟ ਦਾ ਰੇਟ ਸੀਗਾ ਤੇ ਤੁਸੀਂ ਫਿਰ ਘੱਟ ਚ ਕਿਉਂ ਗਏ? ਜਿੰਨਾ ਮਾਲੀਆ ਮਿਲਣਾ ਚਾਹੀਦਾ ਸੀਗਾ ਅਸੀਂ ਉਸ ਮਾਲੀਆ ਨਾਲ ਸੈਟੀਸਫਾਈਡ ਹੈਗੇ ਆ, ਨੰਬਰ 1। ਨੰਬਰ 2, ਉਸ ਦੇ ਬਾਵਜੂਦ ਵੀ ਅਸੀਂ ਡਿਸੀਜਨ ਜਿਹੜੀ ਹੈ ਗਵਰਨਮੈਂਟ ਤੇ ਛੱਡੀ ਹੈ। ਗਵਰਨਮੈਂਟ ਆਪਣੀ ਡਿਊ ਡਿਲੀਜੈਂਸ ਕਰ ਸਕਦੀ ਹੈ, ਸਾਡੇ ਤੋਂ ਪੁੱਛ ਸਕਦੀ ਹੈ ਕਿ ਵੀ ਤੁਸੀਂ ਇਹ ਫੈਸਲਾ ਜਿਹੜਾ ਲਿੱਤਾ ਵਾ ਕਿਉਂ ਲਿੱਤਾ ਵਾ। ਉਸ ਤੋਂ ਬਾਅਦ ਜਿਹੜੀ ਹੈ ਇਹ ਗਵਰਨਮੈਂਟ ਤੇ ਡਿਪੈਂਡ ਕਰਦਾ ਵਾ। ਗਵਰਨਮੈਂਟ ਨੂੰ ਠੀਕ ਲੱਗੇਗਾ ਤੇ ਮਨਜ਼ੂਰ ਕਰ ਦੇਗੀ ਤੇ ਸਾਡੇ ਕੋਲੇ ਪੈਸਾ ਆ ਜਾਏਗਾ, ਨਹੀਂ ਹੋਏਗਾ ਤਾਂ ਜਿਹੜੇ ਉਹਨਾਂ ਦੇ ਪੈਸੇ ਜਿਹੜੇ ਸਾਡੇ ਕੋਲੇ ਸਿਕਿਉਰਿਟੀ ਜਮ੍ਹਾਂ ਹੋਏ ਉਹ ਅਸੀਂ ਅਲੱਗ ਖਾਤੇ 'ਚ ਰੱਖੇ, ਅਸੀਂ ਉਹਨੂੰ ਰਿਫੰਡ ਕਰ ਦੇਵਾਂਗੇ। ਇੰਪਰੂਵਮੈਂਟ ਟਰਸਟ ਦੇ ਵੱਲੋਂ ਸਾਰੀ ਘੁੰਮਾ ਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ ਤੇ ਇਲਜ਼ਾਮ ਲੱਗਦਾ ਕਿ ਉਹਨਾਂ ਦੇ ਇਸ਼ਾਰਿਆਂ ਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਚੱਲ ਇਹ ਆਕਸ਼ਨ ਦੇ ਵਿੱਚ ਜਾਂ ਤਾਂ ਮੈਂ ਕਿਸੇ ਨੂੰ ਰੋਕਦੇ ਹੋਈਏ ਜਾਂ ਅਸੀਂ ਕਿਸੇ ਨੂੰ ਫੋਨ ਕਰਦੇ ਹੋਈਏ ਵੀ ਤੂੰ ਪਾਰਟ ਲੈ ਤੇ ਤੂੰ ਪਾਰਟ ਨਾ ਲੈ। ਅਲਟੀਮੇਟਲੀ ਗੱਲ ਤਾਂ ਪੈਸੇ ਦੀ ਪੈਸੇ ਨਾਲ ਮੁੱਕਣੀ ਹੈਗੀ ਆ। ਜਿਹੜਾ ਬੰਦਾ ਕੋਈ ਪੈਸੇ ਦੇਵੇਗਾ ਆਕਸ਼ਨ ਦੇ ਵਿੱਚ ਆ ਕੇ, ਕਿੰਨੇ ਹੀ ਲੋਕ ਹੈਗੇ ਆ ਜਿਹੜੇ ਸਾਨੂੰ ਮੈਂ ਜਾਣਦਾ ਵੀ ਨਹੀਂ ਹੈਗਾ ਮੈਂ, ਜਿਨ੍ਹਾਂ ਨੇ ਪ੍ਰਾਪਰਟੀਆਂ ਲਿੱਤੀਆਂ। ਕੋਈ ਇੱਕ ਬੰਦੇ ਨੇ ਤਾਂ ਪ੍ਰਾਪਰਟੀ ਲਿੱਤੀ ਨਹੀਂ। ਹੁਣ ਸਿਟੀ ਸੈਂਟਰ ਦੇ ਅੰਡਰ ਸਾਡੇ ਕੋਈ 26 ਏਕੜ ਤੋਂ ਜ਼ਿਆਦਾ ਦੀ ਲੈਂਡ ਜਿਹੜੀ ਆ ਉੱਥੇ ਉਹ ਡੰਪ ਬਣੀ ਪਈ ਹੈ। ਹੁਣ ਉਹ 26 ਏਕੜ ਲੈਂਡ ਦੇ ਵਿੱਚ ਸਾਨੂੰ ਕੋਈ 14-1500 ਕਰੋੜ ਦੀ ਜਿਹੜਾ ਮਾਲੀਆ ਆਉਣਾ ਸੀਗਾ ਉਹ ਅੱਜ ਦੀ ਡੇਟ 'ਚ ਡੰਪ ਬਣਿਆ ਪਿਆ। ਹੁਣ ਗੱਲ ਇਹ ਹੈ ਵੀ ਜੇ ਪੋਲੀਟਿਕਸ ਸਾਡੀ ਡਿਵੈਲਪਮੈਂਟ ਓਰੀਐਂਟਡ ਨਹੀਂ ਹੈ ਔਰ ਪੋਲੀਟਿਕਸ ਸਿਰਫ ਵਿਅਕਤੀ ਵਿਸ਼ੇਸ਼ ਦੇ ਨਾਲ ਹੈ ਤੇ ਫਿਰ ਅਲਟੀਮੇਟਲੀ ਫਿਰ ਲੁਧਿਆਣਾ ਡਿਵੈਲਪ ਕਿਵੇਂ ਕਰੇਗਾ। ਮਾਸ਼ੂ ਇੱਕ ਸਧਾਰਨ ਘਰਾਂ 'ਚੋਂ ਚੱਲੇ ਹੋਏ ਲੜਕੇ ਹੈਗੇ ਆ ਜਾਂ ਲੜਕੀਆਂ ਹੈਗੀਆਂ ਵਾ, ਜੋ ਕੋਈ ਕਾਉਂਸਲਰ ਬਣ ਗਿਆ, ਕੋਈ MLA ਬਣ ਗਿਆ, ਕੋਈ ਮੇਅਰ ਬਣ ਗਿਆ, ਕੋਈ ਚੇਅਰਮੈਨ ਬਣ ਗਿਆ। ਅਸੀਂ ਸਾਰੇ ਜਿਹੜੇ ਆ ਬੜੇ ਸਧਾਰਨ ਘਰਾਂ ਤੋਂ ਮਿਡਲ ਕਲਾਸ ਵੈਲਿਊਜ਼ ਤੋਂ ਆਉਂਦੇ ਹਾਂ ਔਰ ਮਤਲਬ ਅਸੀਂ ਕੋਈ ਇਸ ਤਰ੍ਹਾਂ ਦੇ ਆਦਮੀ ਨਹੀਂ ਹੈਗੇ ਆ ਜਿਨ੍ਹਾਂ ਨੂੰ ਪਤਾ ਵਾ ਕਿ ਵੀ ਸਿਸਟਮ ਦੇ ਵਿੱਚ ਆ ਕੇ ਮਤਲਬ ਕਿ ਕਿਵੇਂ ਡਿਵੈਲਪਮੈਂਟ ਕਰਨੀ ਹੈ। ਮੇਰੇ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਕੰਮ ਹੋਇਆ ਵਾ। ਅਸੀਂ ਜਿੰਨੀ ਟਰਾਂਸਪੇਰੈਂਸੀ ਕਰ ਸਕਦੇ ਸੀ ਅਸੀਂ ਉਨੀ ਕੀਤੀ ਹੈਗੀ ਹੈ। ਇਸ ਤੋਂ ਵੱਧ ਵੀ ਜੇ ਕੋਈ ਮੇਰੇ ਤੋਂ ਐਕਸਪੈਕਟ ਕਰਦਾ ਵਾ, ਜੇ ਕੋਈ ਮੈਨੂੰ ਸੁਜੈਸ਼ਨ ਦਿੰਦਾ ਵਾ, ਮੈਂ ਉਹਨੂੰ ਇਨਕੋਰਪੋਰੇਟ ਕਰਨ ਨੂੰ ਤਿਆਰ ਹਾਂ। ਲੁਧਿਆਣਾ ਇੰਪਰੂਵਮੈਂਟ ਟਰਸਟ ਤੇ ਕਈ ਵਾਰੀ ਇਲਜ਼ਾਮ ਵਿਰੋਧੀ ਲਗਾਉਂਦੇ ਨੇ ਕਿ ਜਿਹੜਾ ਇੰਪਰੂਵਮੈਂਟ ਟਰਸਟ ਹੈ, ਜਿਹੜੀਆਂ ਜ਼ਮੀਨਾਂ ਨੇ ਇੰਪਰੂਵਮੈਂਟ ਟਰਸਟ ਦੀਆਂ, ਉਹ ਅੱਗੇ ਘੱਟ ਭਾਅ ਦੇ ਵਿੱਚ ਨੀਲਾਮੀ ਦੇ ਵਿੱਚ ਵੇਚ ਦਿੰਦੇ ਨੇ। ਬੀਤੇ ਦਿਨ ਇੱਕ ਹੋਰ ਜ਼ਮੀਨ ਦੇ ਕਰਕੇ ਲੁਧਿਆਣਾ ਇੰਪਰੂਵਮੈਂਟ ਟਰਸਟ ਤੇ ਇਲਜ਼ਾਮ ਲੱਗੇ ਸੀ ਕਿ ਮਾਡਲ ਟਾਊਨ ਦੇ ਵਿੱਚ ਉਹ ਜ਼ਮੀਨ ਹੈ ਅਤੇ ਉਸ ਦਾ ਵਿਰੋਧੀਆਂ ਦਾ ਕਹਿਣਾ ਸੀਗਾ ਕਿ ਬਾਜ਼ਾਰ ਦੇ ਵਿੱਚ ਕੀਮਤ ਉਸ ਦੀ 350 ਕਰੋੜ ਆ, ਪਰ ਇੰਪਰੂਵਮੈਂਟ ਟਰਸਟ ਨੇ ਉਸ ਨੂੰ 98 ਕਰੋੜ ਦੇ ਵਿੱਚ ਵੇਚ ਦਿੱਤਾ ਆਪਣੇ ਕਰੀਬੀਆਂ ਨੂੰ। ਤਾਂ ਲਗਾਤਾਰ ਇਹ ਇਲਜ਼ਾਮਬਾਜ਼ੀ ਲੱਗਦੀ ਸੀਗੀ ਇੰਪਰੂਵਮੈਂਟ ਟਰਸਟ ਤੇ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਉਹ ਜਾਣਨ ਦੇ ਲਈ ਅਸੀਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਸੁਬਰਾਮਨਿਅਮ ਹੋਰਾਂ ਜੀ ਕੋਲ ਪਹੁੰਚੇ ਹਾਂ। ਸਰ, ਕੱਲ ਤੁਹਾਡੇ ਇਲਜ਼ਾਮ ਲੱਗੇ ਨੇ ਕਿ ਮਾਡਲ ਟਾਊਨ 'ਚ ਇੱਕ ਜ਼ਮੀਨ ਸੀਗੀ ਜਿਸ ਦੀ ਨੀਲਾਮੀ ਹੋਈ ਹੈ, ਉਹਦਾ ਮਾਰਕੀਟ 'ਚ ਭਾਅ 350 ਕਰੋੜ ਹੈ ਤੇ ਤੁਸੀਂ 98 ਕਰੋੜ ਦੇ ਵਿੱਚ ਉਹ ਜ਼ਮੀਨ ਵੇਚ ਦਿੱਤੀ ਹੈ। ਕੀ ਵਾਕਈ ਉਹਦਾ 350 ਕਰੋੜ ਪ੍ਰਾਈਸ ਸੀਗਾ ਤੇ ਤੁਸੀਂ 98 ਕਰੋੜ 'ਚ ਵੇਚੀ ਹੈ? ਇੱਕ ਨਾ ਸਮਨ ਜਿਹੜਾ ਇਹਦੇ ਤੇ ਇੱਕ ਇਲਜ਼ਾਮ ਨਹੀਂ ਲਾਇਆ, ਉਹਨਾਂ ਨੇ ਮਲਟੀਪਲ ਇਲਜ਼ਾਮ ਲਾਏ ਆ। ਨੰਬਰ 1 ਤਾਂ ਉਹਨਾਂ ਨੇ ਇਹ ਲਾਇਆ ਕਿ ਵੀ ਇਹ ਮਿਲੀ ਭਗਤ ਨਾਲ ਵਿਕੀ ਹੈ ਤੇ ਇਸ ਬਾਰੇ ਲੋਕਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਿ ਵੀ ਇਹਦੀ ਜਿਹੜੀ ਹੈ ਪੂਰਨ ਜਾਣਕਾਰੀ ਜਿਹੜੀ ਕਿ ਸਾਡਾ ਸਟੈਂਡਰਡ ਪ੍ਰੋਟੋਕਾਲ ਹੈਗਾ ਵਾ, ਸਟੈਂਡਰਡ ਪ੍ਰੋਟੋਕਾਲ ਤਾਂ ਕਹਿੰਦਾ ਵਾ ਵੀ 3 ਡਿਫਰੈਂਟ ਲੈਂਗੁਏਜਸ ਦੇ ਵਿੱਚ ਅਖਬਾਰ ਦੇ ਵਿੱਚ ਤੁਸੀਂ ਐਡ ਦੇ ਦਿਓ ਤੇ ਉਸ ਤੋਂ 30 ਦਿਨਾਂ ਦੇ ਬਾਅਦ ਤੁਸੀਂ ਆਪਣੀ ਆਕਸ਼ਨ ਕਰ ਸਕਦੇ ਹੈਗੇ ਹੋ। ਮੈਂ ਇਹ ਲਗਭਗ 8-9 ਅਖਬਾਰਾਂ ਦੇ ਵਿੱਚ 3 ਡਿਫਰੈਂਟ ਡੇਟਾਂ 'ਤੇ ਅਸੀਂ ਉਹਨੂੰ ਆਕਸ਼ਨ ਦਿੱਤੀ ਹੈ। ਉਹ ਮੈਂ ਨਹੀਂ ਦਿੰਦਾ, ਸਾਡੇ DPR ਜਿਹੜਾ ਹੈੱਡਕੁਆਟਰ ਹੈ, ਹੈੱਡਕੁਆਟਰ ਦੇ ਥਰੂ ਸਾਡੀਆਂ ਐਡਵਰਟਾਈਜ਼ਮੈਂਟ ਚੱਲਦੀਆਂ ਹੈਗੀਆਂ। ਇੱਕ 13/7 ਨੂੰ ਦਿੱਤੀ, ਫਿਰ ਮੈਂ 15/7 ਨੂੰ ਦਿੱਤੀ ਤੇ ਫਿਰ ਮੈਂ 26/7 ਨੂੰ ਦਿੱਤੀ। 13/7 ਦੀ ਸਾਡੀ ਆਕਸ਼ਨ 12/7 ਨੂੰ ਬਣਦੀ ਸੀ, ਪਰ ਮੈਂ 30 ਦਿਨ ਸਾਡਾ ਮੈਂਡੇਟ ਹੈ, ਮੈਂ 30 ਦਿਨ ਨੂੰ ਵੀ ਟਪਾ ਕੇ ਮੈਂ ਉਹਨੂੰ ਕਿਉਂਕਿ ਉਸ ਟਾਈਮ 15 ਅਗਸਤ ਆ ਗਿਆ ਸੀਗਾ, ਹੌਲੀਡੇ ਮੂਡ ਸੀਗਾ, ਮੈਂ ਉਸ ਨੂੰ ਅਵੋਇਡ ਕਰਕੇ ਮੈਂ 35 ਦਿਨ ਕਰਤੀ। 16/7 ਨੂੰ ਅਸੀਂ ਉਸ ਦੀ ਜਿਹੜੀ 16/8 ਨੂੰ ਅਸੀਂ ਆਕਸ਼ਨ ਕਰਾਈ ਪੂਰੀ ਪਾਰਟਿਸਪੇਸ਼ਨ ਦੇ ਨਾਲ। ਪਲੱਸ ਜਦੋਂ ਸਾਡੇ 9 ਤਰੀਕ ਨੂੰ ਰਜਿਸਟ੍ਰੇਸ਼ਨ ਖਤਮ ਹੋ ਗਈ ਉਸ ਤੋਂ ਬਾਅਦ ਮੈਂ ਐਡਵਰਟਾਈਜ਼ਮੈਂਟ ਫਿਰ ਦੁਬਾਰਾ ਦਿੱਤੀ ਕਿ ਵੀ ਇਹਨਾਂ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਵਾ, ਇਹ ਪ੍ਰਾਪਰਟੀਆਂ ਦਾ ਵੀ ਜਿਹੜਾ ਅਸੀਂ ਜਿਹੜੀ ਆਹ ਪ੍ਰਾਪਰਟੀਆਂ 'ਚ ਇੰਨੇ ਬੰਦੇ ਐਲੀਜੀਬਲ ਨੇ, ਇਹ ਬੰਦੇ ਜਿਹੜੇ ਐਲੀਜੀਬਲ ਨੇ ਅਸੀਂ ਉਸ ਨੂੰ ਉਹ ਆ ਕੇ ਇਹਦੇ 'ਚ ਹਿੱਸਾ ਲੈਣਗੇ।
ਫਿਰ ਉਸ ਦਿਨ ਇਸ ਨੂੰ ਮੋਰ ਟਰਾਂਸਪੇਰੈਂਟ ਕਰਨ ਲਈ ਇੱਕ ਤਾਂ ਸਾਡੇ ਅਫਸਰ ਸਾਡੇ ਹੁੰਦੇ ਆ, ਸੀਨੀਅਰ ਅਫਸਰ ਮਨਜ਼ੂਰ ਹੁੰਦੇ ਇੱਥੇ ਮੌਜੂਦ ਹੁੰਦੇ ਆ, ਉਹਦੇ ਨਾਲ ਡੀਸੀ ਸਾਹਿਬ ਦਾ ਨੁਮਾਇੰਦਾ ਵੀ ਇੱਥੇ ਹੁੰਦਾ ਵਾ, ਡੀਡੀਸੀ ਅਰਬਨ ਦਾ ਵੀ ਨੁਮਾਇੰਦਾ ਇੱਥੇ ਹੁੰਦਾ ਵਾ। ਅਸੀਂ ਉਹਨਾਂ ਸਾਰਿਆਂ ਨੂੰ ਜਿਹੜੇ ਨੁਮਾਇੰਦੇ ਹੈਗੇ ਪਲੱਸ ਜਿਹੜੇ ਹੈ ਅਸੀਂ ਇਸ ਵਾਰੀ 11-12 ਘੰਟੇ ਦੀ ਪੂਰੀ ਵੀਡੀਓਗ੍ਰਾਫੀ ਕਰਾਈ ਤਾਂ ਕਿ ਇਹ ਗੱਲ ਇਲਜ਼ਾਮ ਨਾ ਲੱਗੇ ਵੀ ਅਸੀਂ ਕਿਸੇ ਦੀ ਆਕਸ਼ਨ ਰੋਕਤੀ ਹੈ ਜਾਂ ਕਿਸੇ ਨਾਲ ਕੋਈ ਟਿੰਕਰਿੰਗ ਕੀਤੀ ਹੈ। ਐਕਚੁਅਲੀ ਇਹ ਆਕਸ਼ਨ ਜਿਹੜੀ ਹੈ ਸਾਡੇ ਲੈਵਲ 'ਤੇ ਜਿਹੜੀ ਹੁੰਦੀ ਹੈ, ਇਹਨੂੰ ਕੰਟਰੋਲ ਜਿਹੜਾ ਵਾ ਇਹ ਬੰਬੇ 'ਚ ਸਾਡਾ ਸਰਵਰ ਹੈ ਅਤੇ ਲੋਕਲ ਗੌਰਮੈਂਟ ਦੇ ਉੱਥੇ ਸਰਵਰ ਹੈ, ਉੱਥੋਂ ਕੰਟਰੋਲ ਹੁੰਦੀ ਹੈ। ਸਾਡੇ ਹੱਥ ਬਸ ਉਹਦੀ ਨਾ ਉਹਦੀ ਰਜਿਸਟ੍ਰੇਸ਼ਨ ਸਾਡੇ ਕੋਲ ਹੁੰਦੀ ਹੈ। ਸਾਡੇ ਕੋਲ ਤਾਂ ਜਦ ਤੱਕ ਉਹ ਬਿਡ ਸ਼ੀਟ ਆਫਟਰ ਆਲ ਜਦੋਂ ਟਾਈਮ ਖਤਮ ਹੋ ਜਾਂਦਾ ਹੈ ਔਰ ਫਾਈਨਲ ਬੰਦਾ ਆਉਂਦਾ ਵਾ, ਉਦੋਂ ਹੀ ਸਾਨੂੰ ਪਤਾ ਲੱਗਦਾ ਵਾ ਅਲਟੀਮੇਟਲੀ ਇਹ ਫਾਈਨਲ ਆਦਮੀ ਕੌਣ ਹੈ। ਅਸੀਂ ਜਿੰਨੇ ਵੀ ਲੋਕ ਸਾਡੇ ਕੋਲ ਇਸ ਟਾਈਮ ਅਸੀਂ ਆਕਸ਼ਨ 'ਚ ਆਈਆਂ ਜਿਹੜੀਆਂ ਕਿ ਅਸੀਂ 23 ਸਕਸੈਸਫੁਲੀ ਜਿਹੜੀਆਂ ਵੇਚ ਪਾਏ ਹਾਂ ਪ੍ਰਾਪਰਟੀਜ਼ 109-10 ਕਰੋੜ ਦੀਆਂ, ਉਹਦੇ ਵਿੱਚ ਅਸੀਂ ਜਿਨ੍ਹਾਂ ਨੇ EMD ਵੀ ਜਮ੍ਹਾਂ ਕਰਾਤੀ, ਮਤਲਬ ਪੂਰੇ ਜਿਹੜਾ ਇੱਕ 4-5 ਦਿਨ ਦਾ ਪ੍ਰੋਸੈਸ ਹੁੰਦਾ ਵਾ ਵੀ 4 ਦਿਨ ਦੇ ਵਿੱਚ ਤੁਸੀਂ EMD ਵੀ ਜਮ੍ਹਾਂ ਕਰਾਉਣੀ ਹੈ, ਉਹ ਸਾਰਾ ਜਦੋਂ ਸਾਡੇ ਕੋਲ ਆ ਗਿਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਵਾ ਮਤੇ ਦੇ ਰੂਪ ਦੇ ਵਿੱਚ ਗਵਰਨਮੈਂਟ ਨੂੰ ਪ੍ਰਵਾਨਗੀ ਲਈ ਭੇਜਿਆ ਵਾ। ਮੇਰਾ ਸਿਰਫ ਇਹ ਕਹਿਣ ਦਾ ਮਤਲਬ ਹੈ ਕਿ ਵੀ ਅਸੀਂ ਇੱਥੇ ਪੂਰਾ ਜੋ ਹੈਲਪ ਡੈਸਕ ਹੁੰਦਾ ਵਾ, ਆਫਟਰ ਆਲ ਪ੍ਰਾਪਰਟੀ ਅੱਜ ਦੀ ਰੇਟ ਦੇ ਵਿੱਚ ਇੰਨੀ ਮੰਦੀ ਦੇ ਵਿੱਚ ਪ੍ਰਾਪਰਟੀ ਵੇਚਣੀ ਕੋਈ ਸੌਖੀ ਗੱਲ ਨਹੀਂ ਹੈਗੀ ਹੈ। ਇਨਵੈਸਟਰ ਨੂੰ ਸਮਝਾਉਣਾ, ਇਨਵੈਸਟਰ ਨੂੰ ਗਾਈਡ ਕਰਨਾ, ਇਨਵੈਸਟਰ ਦੇ ਨਾਲ ਉਹਨਾਂ ਨੂੰ ਦੱਸਣਾ ਕਿ ਵੀ ਅਸੀਂ ਆਹ ਪ੍ਰਾਪਰਟੀ ਆਹ ਰੇਟ ਹੈਗਾ ਵਾ, ਕਿਉਂਕਿ ਬਾਕੀ ਪ੍ਰਾਪਰਟੀ ਦਾ ਜਿਹੜਾ ਫਾਈਨਲ ਰੇਟ ਆਉਂਦਾ ਵਾ ਉਹ ਆਪਸ ਦੇ ਕੰਪੀਟੀਸ਼ਨ ਦੇ ਥਰੂ ਹੀ ਆਉਂਦਾ ਵਾ, ਸਾਡਾ ਉਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ। ਤੇ ਜਿਹੜਾ ਇਲਜ਼ਾਮ ਹੈ ਕਿ 350 ਕਰੋੜ ਮਾਰਕੀਟ ਦਾ ਰੇਟ ਸੀਗਾ ਤੇ ਤੁਸੀਂ ਫਿਰ ਘੱਟ 'ਚ ਕਿਉਂ ਵੀ? ਹਾਂ, ਇਹ ਦੇਖੋ ਹੁਣ ਗੱਲ ਇਹਦੇ ਵਿੱਚ ਜਿਹੜਾ ਬੇਸਿਕਲੀ ਇਹਦੇ ਵਿੱਚ ਇੱਕ ਪੋਲੀਟੀਕਲ ਸ਼ਰਾਰਤ ਹੋ ਰਹੀ ਹੈ। ਸ਼ਰਾਰਤ ਇਹ ਹੋ ਰਹੀ ਹੈ ਕਿ ਜਿਹੜੇ ਬੰਦੇ ਨੇ ਨਾ ਤਾਂ ਪਾਰਟਿਸਿਪੇਟ ਕੀਤਾ, ਜਿਹੜੇ ਬੰਦਿਆਂ ਨੇ ਨਾ ਤਾਂ ਇਹਨੂੰ ਖਰੀਦਣਾ ਹੈਗਾ ਵਾ, ਉਹ ਇੱਕ ਕਿਆਸਰਾਜੀ ਜਿਹੜੀ ਬਿਨਾਂ ਸਮਝ ਤੋਂ ਜਿਹੜੀ ਹੈ ਇੱਕ ਐਲੀਗੇਸ਼ਨ ਲਾ ਰਹੇ ਹੈ। ਇਹ 16,344 ਗਜ਼ ਜਿਹੜੀ ਹੈਗੀ ਹੈ ਇਹ ਜਗ੍ਹਾ ਹੈਗੀ ਹੈ, ਇਹਦੇ ਵਿੱਚ ਜਿਹੜੀ ਇਹ ਚੰਕ ਸਾਈਟ ਜਦੋਂ ਵੇਚਦੇ ਆ ਇਹਦੇ 'ਚ ਸਾਡੀ ਕੋਈ ਡਿਵੈਲਪਮੈਂਟ ਖਰਚਾ ਨਹੀਂ ਹੈਗਾ। ਇਹ ਬੰਦਾ ਸਿਰਫ 40% ਦੇ ਨੇੜੇ ਤੇੜੇ ਇਹ ਜ਼ਮੀਨ ਜਿਹੜੀ ਹੈ ਇਹ ਵਰਤ ਸਕਦਾ ਵਾ, ਜਿਹੜੀ ਵਰਤੋਂ ਦੇ ਵਿੱਚ ਲੈ ਕੇ ਆ ਸਕਦਾ ਵਾ। ਅਤੇ ਉਸ ਨੇ ਇੱਕ ਇਹ ਵੀ ਇਲਜ਼ਾਮ ਲਾਇਆ ਸੀ ਵੀ ਜਿਹੜੀ ਅਸੀਂ ਸ਼ਹੀਦ ਭਗਤ ਸਿੰਘ ਜਿਹੜਾ BRS ਨਗਰ ਦੇ ਵਿੱਚ ਜਿਹੜੇ SCO ਵੇਚੇ ਉਹ ਜ਼ਿਆਦਾ ਮਹਿੰਗੇ ਵੇਚੇ ਹੈ। ਮੈਂ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸ ਦਿੰਦਾ ਮੈਂ ਕਿ ਵੀ ਉੱਥੇ ਜਿਹੜੀ ਅਸੀਂ ਪ੍ਰਾਪਰਟੀ ਵੇਚੀ ਹੈਗੀ ਹੈ, ਉੱਥੇ ਜਿਹੜੀ BRS ਨਗਰ ਦੇ ਵਿੱਚ ਅਸੀਂ 44 SCF ਵੇਚੇ ਸੀਗੇ, ਜਿਨ੍ਹਾਂ ਦਾ ਕੁੱਲ ਏਰੀਆ ਆਲਮੋਸਟ 8,000 ਸਕੁਅਰ ਯਾਰਡ ਦੇ ਨੇੜੇ ਤੇੜੇ ਬਣਦਾ ਵਾ, ਔਰ ਉਹਦੇ ਤੋਂ ਅਸੀਂ 95 ਕਰੋੜ 27 ਲੱਖ ਦੇ ਨੇੜੇ ਤੇੜੇ ਮਾਲੀਆ ਇਕੱਠਾ ਕੀਤਾ ਸੀ, ਜਿਹਦੀ ਐਵਰੇਜ ਕਾਸਟ ਲੈਂਡ ਦੀ ਜਿਹੜੀ ਹੈ, ਕਿਉਂਕਿ ਉੱਥੇ ਕੰਸਟਰਕਸ਼ਨ ਵੀ ਕਰਕੇ ਵੇਚਿਆ ਸੀਗਾ, ਤੇ ਉਹ 1,08,000 ਰੁਪਏ ਗਜ਼ ਦੇ ਹਿਸਾਬ ਨਾਲ ਆਈ। ਇਹ ਵਾਲੀ ਜਗ੍ਹਾ 16,344 ਗਜ਼ ਹੈ। ਇਹਦੀ 40% ਜੇ ਬੰਦਾ ਯੂਜ਼ ਕਰਦਾ ਵਾ ਤੇ ਲਗਭਗ 6500 ਗਜ਼ ਇਹਨੂੰ ਜਗ੍ਹਾ ਨੂੰ ਵਰਤਨ ਨੂੰ ਮਿਲੇਗੀ। ਔਰ ਇਹਦੀ ਤੇ ਅਸੀਂ ਮਾਲੀਆ ਜਿਹੜਾ ਸਾਨੂੰ ਆਇਆ ਵਾ ਉਹ 98 ਕਰੋੜ ਕੇ ਆਲਮੋਸਟ 98.5 ਕਰੋੜ 99 ਕਰੋੜ ਦੇ ਨੇੜੇ ਤੇੜੇ ਆਇਆ ਵਾ, ਜਿਹਦੀ ਕਿ ਐਵਰੇਜ ਕਾਸਟ ਜਿਹੜੀ ਹੈਗੀ ਹੈ ਉਹ 1.5 ਲੱਖ ਰੁਪਏ ਗਜ਼ ਤੋਂ ਉੱਤੇ ਬਣਦੀ ਹੈਗੀ ਹੈ। ਹੁਣ ਮੈਂ ਦੂਜਾ ਕੰਪੈਰੀਜ਼ਨ ਵੀ ਕਰ ਦਿੰਦਾ, BRS ਨਗਰ ਦੇ ਵਿੱਚ ਜਿਹੜੀ ਸਾਡਾ ਰਿਜ਼ਰਵ ਪ੍ਰਾਈਸ ਹੈਗਾ ਵਾ ਉਹ ਰਿਜ਼ਰਵ ਪ੍ਰਾਈਸ ਹੈਗਾ ਲਗਭਗ 66,000 ਰੁਪਏ ਗਜ਼। ਇੱਥੇ ਜਿਹੜਾ ਰਿਜ਼ਰਵ ਪ੍ਰਾਈਸ ਹੈ 56,000 ਰੁਪਏ ਗਜ਼। ਅਤੇ ਕਿਸੇ ਵੀ ਤਰ੍ਹਾਂ ਦੇ ਵਿੱਚ ਸਾਡਾ ਜਿਹੜਾ ਕੰਪੈਰੀਜ਼ਨ ਕੀਤਾ ਜਾਵੇ ਇਹਦੇ, ਕਿਉਂਕਿ ਜਾਂ ਤਾਂ ਇਹਦੇ ਨਾਲ ਬਰਾਬਰ ਦੀ ਕੋਈ ਸਾਈਟ ਇੱਥੇ ਵੇਚੇ ਤਾਂ ਅਸੀਂ ਉਹਨੂੰ ਕੰਪੇਅਰ ਕਰ ਸਕਦੇ ਹਾਂ, ਜਾਂ ਅਸੀਂ ਆਪਣੀ ਸਾਈਟ ਨੂੰ ਇਸ ਸਾਈਟ ਨਾਲ ਕੰਪੇਅਰ ਕਰ ਸਕਦੇ ਹਾਂ। ਸਾਨੂੰ ਜਿੰਨਾ ਮਾਲੀਆ ਮਿਲਣਾ ਚਾਹੀਦਾ ਸੀਗਾ ਅਸੀਂ ਉਸ ਮਾਲੀਆ ਨਾਲ ਸੈਟਿਸਫਾਈਡ ਹੈਗੇ ਹਾਂ, ਨੰਬਰ 1। ਨੰਬਰ 2, ਉਸ ਦੇ ਬਾਵਜੂਦ ਵੀ ਅਸੀਂ ਡਿਸੀਜਨ ਜਿਹੜੀ ਹੈ ਗਵਰਨਮੈਂਟ 'ਤੇ ਛੱਡੀ ਹੈ। ਗਵਰਨਮੈਂਟ ਆਪਣੀ ਡਿਊ ਡਿਲੀਜੈਂਸ ਕਰ ਸਕਦੀ ਹੈ, ਸਾਡੇ ਤੋਂ ਪੁੱਛ ਸਕਦੀ ਹੈ ਕਿ ਵੀ ਤੁਸੀਂ ਇਹ ਫੈਸਲਾ ਜਿਹੜਾ ਲਿੱਤਾ ਵਾ ਕਿਉਂ ਲਿੱਤਾ ਵਾ। ਉਸ ਤੋਂ ਬਾਅਦ ਜਿਹੜੀ ਹੈ ਇਹ ਗਵਰਨਮੈਂਟ 'ਤੇ ਡਿਪੈਂਡ ਕਰਦਾ ਵਾ, ਗਵਰਨਮੈਂਟ ਨੂੰ ਠੀਕ ਲੱਗੇਗਾ ਤਾਂ ਮਨਜ਼ੂਰ ਕਰ ਦੇਗੀ ਅਤੇ ਸਾਡੇ ਕੋਲੇ ਪੈਸਾ ਆ ਜਾਏਗਾ, ਨਹੀਂ ਹੋਏਗਾ ਤਾਂ ਜਿਹੜੇ ਉਹਨਾਂ ਦੇ ਪੈਸੇ ਜਿਹੜੇ ਸਾਡੇ ਕੋਲੇ ਸਿਕਿਉਰਿਟੀ ਜਮ੍ਹਾਂ ਵਾ ਉਹ ਅਸੀਂ ਅਲੱਗ ਖਾਤੇ 'ਚ ਰੱਖੇ, ਅਸੀਂ ਉਹਨੂੰ ਰਿਫੰਡ ਕਰ ਦਿਆਂਗੇ। ਸਰ, ਜਿਹੜੀ ਵੀ ਕੋਈ ਵੀ ਪ੍ਰਾਪਰਟੀ ਵਿਕਦੀ ਹੈ ਜਾਂ ਆਕਸ਼ਨ ਹੁੰਦੀ ਹੈ ਇੰਪਰੂਵਮੈਂਟ ਟਰਸਟ ਦੇ ਵੱਲੋਂ, ਸਾਰੀ ਘੁੰਮਾ ਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਹੋਰਾਂ 'ਤੇ ਇਲਜ਼ਾਮ ਲੱਗਦਾ ਕਿ ਉਹਨਾਂ ਦੇ ਇਸ਼ਾਰਿਆਂ 'ਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਚੱਲ ਰਿਹਾ। ਦੇਖੋ ਇਹ ਮੈਂ ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ ਮੈਂ ਵੀ ਇਹ ਜਿਹੜਾ ਸਾਰੀ ਐਲੀਗੇਸ਼ਨ ਹੈ ਇਹ ਪੋਲੀਟੀਕਲੀ ਮੋਟੀਵੇਟਡ ਹੈ। ਆਕਸ਼ਨ ਦੇ ਵਿੱਚ ਜਾਂ ਤਾਂ ਮੈਂ ਕਿਸੇ ਨੂੰ ਰੋਕਦੇ ਹੋਈਏ ਜਾਂ ਅਸੀਂ ਕਿਸੇ ਨੂੰ ਫੋਨ ਕਰਦੇ ਹੋਈਏ ਵੀ ਤੂੰ ਪਾਰਟ ਲੈ ਤੇ ਤੂੰ ਪਾਰਟ ਨਾ ਲੈ। ਅਲਟੀਮੇਟਲੀ ਗੱਲ ਤਾਂ ਪੈਸੇ ਦੀ ਪੈਸੇ ਨਾਲ ਮੁੱਕਣੀ ਹੈਗੀ ਆ। ਜਿਹੜਾ ਬੰਦਾ ਕੋਈ ਪੈਸੇ ਦੇਵੇਗਾ ਆਕਸ਼ਨ ਦੇ ਵਿੱਚ ਆ ਕੇ, ਕਿੰਨੇ ਹੀ ਲੋਕ ਹੈਗੇ ਆ ਜਿਹੜੇ ਸਾਨੂੰ ਮੈਂ ਜਾਣਦਾ ਵੀ ਨਹੀਂ ਹੈਗਾ ਮੈਂ, ਜਿਨ੍ਹਾਂ ਨੇ ਪ੍ਰਾਪਰਟੀਆਂ ਲਿੱਤੀਆਂ, ਕੋਈ ਇੱਕ ਬੰਦੇ ਨੇ ਤਾਂ ਪ੍ਰਾਪਰਟੀ ਲਿੱਤੀ ਨਹੀਂ,
ਪਰ ਈ ਆਕਸ਼ਨ ਦੇ ਵਿੱਚ ਕੋਈ ਬੈਨ ਵੀ ਨਹੀਂ ਕਿ ਵੀ ਇੱਕ ਬੰਦਾ ਸਾਰੀਆਂ ਪ੍ਰਾਪਰਟੀਆਂ ਨਹੀਂ ਲੈ ਸਕਦਾ। ਜੇ ਉਹਦੇ ਕੋਲੇ ਪੈਸਾ ਹੈਗਾ ਵੈ ਔਰ ਉਹ ਖਰੀਦਣਾ ਚਾਹੁੰਦਾ ਵੈ ਜਾਂ ਉਹ ਇਨਵੈਸਟ ਕਰਨਾ ਚਾਹੁੰਦਾ ਵੈ ਤੇ ਅਸੀਂ ਉਹਦੇ ਤੇ ਕੋਈ ਟੈਕਨੀਕਲੀ ਰੋਕ ਨਹੀਂ ਹੈ। ਪਰ ਜੇ ਤੁਸੀਂ ਸਿਰਫ ਇਸ ਕਰਕੇ ਕੋਈ ਐਲੀਗੇਸ਼ਨ ਲਾ ਦਿਓ ਕਿ ਵੀ ਫਲਾਂ ਬੰਦਾ ਜੀ ਤੁਹਾਡੇ ਨਾਲ, ਆਫਟਰ ਆਲ ਲੁਧਿਆਣਾ ਇੱਕ ਛੋਟਾ ਜਿਹਾ ਸ਼ਹਿਰ ਹੈ, ਹਰ ਬੰਦਾ ਇੱਕ ਬੰਦੇ ਨੂੰ ਜਾਣਦਾ ਵੈ, ਦੂਜੇ ਨੂੰ ਜਾਣਦਾ ਵੈ। ਜਿਹੜੇ ਬੰਦੇ ਐਲੀਗੇਸ਼ਨ ਲਾ ਰਹੇ ਆ, ਮੈਂ ਤੁਹਾਨੂੰ ਸਿੰਪਲ ਗੱਲ ਕਹਿ ਰਿਹਾ ਵੀ ਹੁਣ ਜਿਹੜੇ ਬੰਦੇ ਐਲੀਗੇਸ਼ਨ ਲਾ ਰਹੇ ਆ ਵੀ 350 ਕਰੋੜ ਰੁਪਏ, ਮੈਂ ਖੁੱਲੀ ਆਫਰ ਦਿੱਤੀ ਹੈ ਸਾਰਿਆਂ ਨੂੰ ਵੀ ਜਿਹੜਾ ਬੰਦਾ 350 ਕਰੋੜ ਰੁਪਏ ਦੇ ਲਾ ਰਿਹਾ ਵਾ ਉਹ 25% ਜਿਹੜਾ ਵਾ ਅਰਾਊਂਡ 81 ਕਰੋੜ ਬਣਦਾ ਵਾ, 6% ਸੈਸ ਦੇ ਲਾ 19 ਕਰੋੜ, ਲਗਭਗ 100 ਕਰੋੜ ਦੇ ਨੇੜੇ ਤੇੜੇ ਬਣਦਾ। 100 ਕਰੋੜ ਦਾ ਡਰਾਫਟ ਲੈ ਕੇ ਆ ਜਾਵੇ, ਅਸੀਂ ਉਹ 100 ਕਰੋੜ ਦਾ ਡਰਾਫਟ ਲੈ ਕੇ ਸਿੱਧਾ ਮੰਤਰੀ ਕੋਲੇ ਚਲਾ ਜਾਵਾਂਗੇ। ਜਿੱਥੇ ਮਰਜ਼ੀ ਜਿਹੜੀ ਕੈਬਨਿਟ ਤੋਂ ਅਪਰੂਵਲ ਲੈਣੀ ਹੈ ਜਾਂ ਗਵਰਨਮੈਂਟ ਦੇ ਕਿਤੋਂ ਵੀ ਲੈਣੀ ਹੈ, ਅਸੀਂ ਐਪਰੋਪਰੀਏਟ ਅਪਰੂਵਲ ਲੈ ਕੇ ਉਸ ਬੰਦੇ ਨੂੰ ਅਲਾਟ ਕਰ ਦਿਆਂਗੇ। ਨੰਬਰ 1 ਜਿਹੜੀ ਇਹ ਵਾਲੀ ਆਕਸ਼ਨ ਹੈ ਇਹਨੂੰ ਰੱਦ ਕਰ ਦਿਆਂਗੇ। ਫਿਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਮੈਂ ਕਿ ਵੀ ਉਹ ਬੰਦੇ ਨਾਲ ਮੈਂ ਨਿੱਜੀ ਤੌਰ ਤੇ ਜਾਵਾਂਗਾ। ਪਰ ਜੇ ਤੁਹਾਡੀ ਐਲੀਗੇਸ਼ਨ ਸਿਰਫ ਕਿਸੇ ਚੀਜ਼ ਦੇ ਵਿੱਚ ਅੜੰਗਾ ਟਾਣਾ ਹੀ ਹੈ ਫਿਰ ਉਹ ਗੱਲ ਤਾਂ ਨਹੀਂ ਚੱਲਣੀ, ਕਿਉਂਕਿ ਕਾਰਨ ਇਹ ਹੈ ਕਿ ਵੀ ਜੇ ਲੁਧਿਆਣਾ ਇੰਪਰੂਵਮੈਂਟ ਟਰਸਟ ਨੂੰ ਤੁਸੀਂ ਕਹਿੰਦੇ ਹੋ ਪਏ ਹੋ, ਗਵਰਨਮੈਂਟ ਸਾਨੂੰ ਕਹਿੰਦੀ ਪਈ ਹੈ ਵੀ ਤੁਸੀਂ ਡਿਵੈਲਪਮੈਂਟ ਕਰੋ, ਜੇ ਤੁਸੀਂ ਕਹਿੰਦੇ ਪਏ ਹੋ ਵੀ ਅਸੀਂ ਸੜਕਾਂ ਵੀ ਬਣਾਈਏ, ਅਸੀਂ ਕੰਪੈਕਟਰ ਵੀ ਲਾਈਏ, ਅਸੀਂ ਆਪਣੀਆਂ ਵੈਲੀਜ਼ ਵੀ ਬਣਾਈਏ, ਅਸੀਂ ਆਪਣੇ ਬੰਦਿਆਂ ਨੂੰ ਤਨਖਾਹ ਵੀ ਦਈਏ, ਸਾਰਾ ਕੁਝ ਦਈਏ, ਉਹਦਾ ਮਾਲੀਆ ਤਾਂ ਜਿਹੜਾ ਵਾ ਅਲਟੀਮੇਟਲੀ ਪ੍ਰਾਪਰਟੀ ਡਿਵੈਲਪ ਕਰਕੇ ਹੀ ਆਉਣਾ ਵਾ। ਸਾਨੂੰ ਗਵਰਨਮੈਂਟ ਵੱਲੋਂ ਇਨਫੈਕਟ ਰੋਕ ਲੱਗੀ ਹੋਈ ਹੈ ਕਿ ਵੀ ਅਸੀਂ ਜਿਹੜੀਆਂ ਚੰਕ ਸਾਈਟਸ ਨੂੰ ਅਸੀਂ ਆਪ ਡਿਵੈਲਪਮੈਂਟ ਨਹੀਂ ਕਰਨੀ, ਉਸ 'ਤੇ ਖਰਚਾ ਨਹੀਂ ਕਰਨਾ। ਉਹਦਾ ਕਾਰਨ ਬੜਾ ਵੱਡਾ ਇਹ ਹੈ ਕਿ ਵੀ ਅਸੀਂ ਇੱਕ ਕੋਈ 15-16 ਕਰੋੜ ਰੁਪਏ ਅੱਜ 2006-7 ਦੇ ਵਿੱਚ ਅਸੀਂ ਰਾਣੀ ਝਾਂਸੀ ਰੋਡ ਦੇ ਉੱਤੇ ਖੜਾ ਕਰਕੇ ਪੈਸਾ ਖਰਚ ਕਰ ਦਿੱਤਾ। ਉਹਦੀ ਫਿਕਸ ਕਰਤੀ ਪ੍ਰਾਈਸ 200 ਕਰੋੜ ਦੀ। ਅਸੀਂ ਲਗਾਤਾਰ ਕਿੰਨੀ ਵਾਰੀ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ, ਉਹਦਾ ਅੱਜ ਉੱਥੇ ਨਿਊਸੈਂਸ ਵੈਲਿਊ ਬਣੀ ਹੋਈ ਹੈ, ਉੱਥੇ ਕੋਈ ਬੰਦਾ ਆਂਦਾ ਨਹੀਂ, ਉਹਨੂੰ ਖਰੀਦਣ ਨੂੰ ਆਂਦਾ ਨਹੀਂ ਕੋਈ। ਜਿਹੜੇ ਸ਼ੇਅਰ ਦਿਲ ਇਨਸਾਨ ਹੈ ਜਿਹੜੇ ਕਹਿੰਦੇ 350 ਕਰੋੜ ਦੀ ਹੈ ਪ੍ਰਾਪਰਟੀ ਹੈਗੀ ਹੈ, ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਦਾ ਪਿਆ ਮੈਂ ਵੀ ਤੁਸੀਂ ਉਹ ਜਿਹੜੀ 200 ਕਰੋੜ ਦੀ ਖਰੀਦ ਲਓ, ਗਵਰਨਮੈਂਟ ਕੋਲੇ ਚਲੇ ਜਾਓ, ਅਸੀਂ ਤੁਹਾਨੂੰ ਰਿਜ਼ਰਵ ਪ੍ਰਾਈਸ 'ਤੇ ਹੀ ਦੇਣ ਨੂੰ ਤਿਆਰ ਹੈਗੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ ਗੀ। ਇਸੇ ਤਰ੍ਹਾਂ ਤੁਸੀਂ ਰੌਲਾ ਪਾਤਾ ਕੀ ਕਹਿੰਦੇ ਆ ਸਿਟੀ ਸੈਂਟਰ ਦਾ। ਹੁਣ ਸਿਟੀ ਸੈਂਟਰ ਦੇ ਅੰਡਰ ਸਾਡੇ ਕੋਈ 26 ਏਕੜ ਤੋਂ ਜ਼ਿਆਦਾ ਦੀ ਲੈਂਡ ਜਿਹੜੀ ਆ ਉੱਥੇ ਉਹ ਡੰਪ ਬਣੀ ਪਈ ਹੈ। ਹੁਣ ਉਹ 26 ਏਕੜ ਲੈਂਡ ਦੇ ਵਿੱਚ ਸਾਨੂੰ ਕੋਈ 1400-1500 ਕਰੋੜ ਦੀ ਜਿਹੜਾ ਮਾਲੀਆ ਆਉਣਾ ਸੀਗਾ ਉਹ ਅੱਜ ਦੀ ਡੇਟ 'ਚ ਡੰਪ ਬਣਿਆ ਪਿਆ। ਹੁਣ ਗੱਲ ਇਹ ਹੈ ਵੀ ਜੇ ਪੋਲੀਟਿਕਸ ਸਾਡੀ ਡਿਵੈਲਪਮੈਂਟ ਓਰੀਐਂਟਡ ਨਹੀਂ ਹੈ ਔਰ ਪੋਲੀਟਿਕਸ ਸਿਰਫ ਵਿਅਕਤੀ ਵਿਸ਼ੇਸ਼ ਦੇ ਨਾਲ ਹੈ ਤੇ ਫਿਰ ਅਲਟੀਮੇਟਲੀ ਫਿਰ ਲੁਧਿਆਣਾ ਡਿਵੈਲਪ ਕਿਵੇਂ ਕਰੇਗਾ? ਸਾਡਾ ਜਿਹੜਾ ਆਸ਼ੂ, ਦੇਖੋ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਇਹ ਸਾਰੇ ਨਾ ਆਸ਼ੂ ਜੀ ਨੂੰ ਜਾਂ ਟੀਮ ਆਸ਼ੂ ਨੂੰ ਇੱਕ ਬੜਾ ਮਤਲਬ ਉਹਨਾਂ ਨੂੰ ਐਲੀਗੇਸ਼ਨਸ ਦੇ ਵਿੱਚ ਘੇਰਦੇ ਪਏ ਹੈਗੇ ਆ। ਅਲਟੀਮੇਟਲੀ ਇਹ ਟੀਮ ਆਸ਼ੂ ਹੈ ਕੌਣ? ਟੀਮ ਆਸ਼ੂ ਇੱਕ ਸਧਾਰਨ ਘਰਾਂ 'ਚੋਂ ਚੱਲੇ ਹੋਏ ਲੜਕੇ ਹੈਗੇ ਆ ਜਾਂ ਲੜਕੀਆਂ ਹੈਗੀਆਂ ਵਾ, ਜੋ ਕੋਈ ਕਾਉਂਸਲਰ ਬਣ ਗਿਆ, ਕੋਈ MLA ਬਣ ਗਿਆ, ਕੋਈ ਮੇਅਰ ਬਣ ਗਿਆ, ਕੋਈ ਚੇਅਰਮੈਨ ਬਣ ਗਿਆ। ਅਸੀਂ ਸਾਰੇ ਜਿਹੜੇ ਆ ਬੜੇ ਸਧਾਰਨ ਘਰਾਂ ਤੋਂ, ਮਿਡਲ ਕਲਾਸ ਵੈਲਿਊਜ਼ ਤੋਂ ਆਉਂਦੇ ਹਾਂ ਔਰ ਮਤਲਬ ਅਸੀਂ ਕੋਈ ਇਸ ਤਰ੍ਹਾਂ ਦੇ ਆਦਮੀ ਨਹੀਂ ਹੈਗੇ ਆ ਜਿਨ੍ਹਾਂ ਨੂੰ ਪਤਾ ਵਾ ਕਿ ਵੀ ਸਿਸਟਮ ਦੇ ਵਿੱਚ ਆ ਕੇ ਮਤਲਬ ਕਿ ਕਿਵੇਂ ਡਿਵੈਲਪਮੈਂਟ ਕਰਨੀ ਹੈ। ਸਾਡਾ ਸਿਰਫ ਔਰ ਸਿਰਫ ਲੁਧਿਆਣੇ ਦੇ ਵਿੱਚ ਪੋਲੀਟਿਕਸ ਦੇ ਬਜਾਏ ਪਹਿਲੀ ਅਸੀਂ ਲਕੀਰ ਜਿਹੜੀ ਹੈ ਪੋਲੀਟਿਕਸ ਦੀ ਜਿਹੜੀ ਹੈ ਨਹੀਂ ਖਿੱਚਦੇ ਪਏ, ਅਸੀਂ ਡਿਵੈਲਪਮੈਂਟ ਦੀ ਲਕੀਰ ਖਿੱਚਦੇ ਪਏ ਹਾਂ। ਜੇ ਕਿ ਸਾਡੇ ਨਾਲ ਉਹਨਾਂ ਨੇ ਕੰਪੀਟੀਸ਼ਨ ਕਿਸੇ ਨੇ ਕਰਨਾ ਹੈ ਤਾਂ ਫਿਰ ਡਿਵੈਲਪਮੈਂਟ ਦੇ ਬਾਰੇ ਕਰਨ। ਜੇ ਡਿਵੈਲਪਮੈਂਟ ਲਈ ਓਰੀਐਂਟ ਸਿਨੇਮੇ ਦੇ ਵੀ ਇਲਜ਼ਾਮ ਲੱਗਦੇ ਰਹੇ ਆ ਨਾ ਕਿ ਮੰਤਰੀ ਸਾਹਿਬ ਦੇ ਕਿਸੇ ਕਰੀਬੀ ਨੂੰ ਉਹ ਦੇ ਦਿੱਤਾ ਗਿਆ ਘੱਟ ਪ੍ਰਾਈਸ ਤੇ, ਹੋਰ ਵੀ ਪ੍ਰਾਪਰਟੀਆਂ ਤੇ ਇੱਦਾਂ ਲੱਗਦੇ ਨੇ। ਪਹਿਲੀ ਗੱਲ ਤਾਂ ਵੀ ਜਿਹੜੀ ਓਰੀਐਂਟ ਸਿਨੇਮੇ ਦੀ ਜਿਹੜੀ ਕੰਟਰੋਵਰਸੀ ਹੈਗੀ ਹੈ ਅਸੀਂ ਕਿਸੇ ਨੂੰ ਦਿੱਤਾ ਨਹੀਂ। ਨੰਬਰ 1 ਜਿਹੜੀ ਓਰੀਜਨਲ ਲੇਡੀ ਹੈ ਉਸੇ ਦੀ ਕੋਲੇ ਹੀ, ਜਿਹੜੇ ਓਰੀਜਨਲ ਬੰਦੇ ਆ ਉਹਨਾਂ ਮਾਲਕਾਂ ਕੋਲੇ ਹੀ ਹੈ। ਇਨਫੈਕਟ ਉਹ ਤਾਂ ਸਾਡੇ ਕੋਲੇ ਜਿਹੜੇ ਹੈਗੇ ਆ ਉਹਨਾਂ ਨੇ ਤਾਂ ਪੈਸੇ ਪੂਰੇ 2.25 ਕਰੋੜ ਰੁਪਇਆ ਜਿਹੜਾ ਬੈਲੈਂਸ ਸੀਗਾ ਸਾਰਾ ਜਮ੍ਹਾਂ ਕਰਾ ਕੇ ਆਪਣੀ ਬਹਾਲੀ ਕਰਾਈ ਹੈ। ਅੱਜ ਵੀ ਜਾ ਕੇ ਤੁਸੀਂ ਪਤਾ ਕਰ ਲਓ, ਉਸ ਲੇਡੀ ਦਾ ਨੰਬਰ ਮੇਰੇ ਤੋਂ ਲੈ ਲਓ, ਉਹ ਲੜਕੀ ਜਿਹੜੀ ਹੈ ਵਿਡੋ ਹੈਗੀ ਹੈ, ਉਸ ਤੋਂ ਜਾ ਕੇ ਪੁੱਛ ਲਓ ਵੀ ਤੂੰ ਮਾਲਕ ਹੈ ਕਿ ਮਾਲਕ ਕੋਈ ਹੋਰ ਹੈ। ਇਹ ਕੰਟਰੋਵਰਸੀਜ਼, ਦੇਖੋ ਮੇਰੀ ਗੱਲ ਸੁਣੋ, ਕੰਟਰੋਵਰਸੀਜ਼ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਗੱਲ ਤਾਂ ਇਹ ਕਿਤਾਬਾਂ 'ਤੇ ਜੋ ਬੋਲਦੀ ਹੈ, ਤੁਸੀਂ ਰੈਵਨਿਊ ਰਿਕਾਰਡ 'ਚ ਜਾ ਕੇ ਦੇਖ ਲਓ ਕੌਣ ਮਾਲਕ ਹੈ, ਤੁਸੀਂ ਉਹ ਸਾਡੇ ਰਿਕਾਰਡ 'ਚ ਦੇਖ ਲਓ ਕੌਣ ਮਾਲਕ ਹੈ, ਤੁਸੀਂ ਕੋਰਟਾਂ ਦੇ ਵਿੱਚ ਦੇਖ ਲਓ ਕੌਣ ਮਾਲਕ ਹੈ। ਸੋ ਜੇ ਕੋਈ ਕਿਸੇ ਨੂੰ ਇਹ ਲੱਗਦਾ ਹੈਗਾ ਵੈ ਕਿ ਵੀ ਕਿਸੇ ਨੇ ਖਰੀਦ ਲਿਆ ਵੈ ਜਾਂ ਕੁਝ ਕਰ ਲਿਆ ਵੈ ਤੇ ਉਹ ਆਪਣੇ ਸਾਹਮਣੇ ਪ੍ਰੂਫ ਲੈ ਕੇ ਆਵੇ। ਮੈਂ ਤਾਂ ਫਿਰ ਤੁਹਾਨੂੰ ਇਹੀ ਕਹਿ ਰਿਹਾ, ਅੱਜ ਇਸ ਕੰਟਰੋਵਰਸੀ ਦੇ ਤੁਸੀਂ ਚਲੋ ਇਹ ਹਾਲਾਂਕਿ ਰਿਲੇਟਡ ਕੁਐਸਚਨ ਨਹੀਂ ਸੀਗਾ ਪਰ ਮੈਂ ਤੁਹਾਨੂੰ ਜਵਾਬ ਦਿੱਤਾ। ਮੈਂ ਤਾਂ ਇਹ ਗੱਲ ਕਹਿ ਰਿਹਾ ਮੈਂ ਕਿ ਇਸ ਆਕਸ਼ਨ ਦੇ ਵਿੱਚ ਅਸੀਂ ਕਿਸੇ ਨੂੰ ਰੋਕਿਆ ਹੋਵੇ ਤਾਂ ਅਸੀਂ ਕਿਸੇ ਨੂੰ
ਕੋਈ ਮਤਲਬ ਇਨਸਟੀਗੇਟ ਕੀਤਾ ਹੋਵੇ, ਪਲਾਨ ਕੀਤਾ ਹੋਵੇ ਤਾਂ, ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਫੇਵਰ ਕੀਤੀ ਹੋਵੇ ਤਾਂ, ਜੇ ਅਸੀਂ ਕੋਈ ਪ੍ਰੋਸੀਜਰ ਨੂੰ ਵਾਇਲੇਟ ਕੀਤਾ ਹੋਵੇ ਤਾਂ, ਜੇ ਅਸੀਂ ਕੋਈ ਚੀਜ਼ ਗਲਤ ਕੀਤੀ ਹੋਵੇ ਤਾਂ, ਤੇ ਜੇ ਅਸੀਂ ਇਹ ਕਹਿੰਦੇ ਪਏ ਹਾਂ ਵੀ ਜਿਹੜਾ ਬੰਦਾ 350 ਕਰੋੜ ਰੁਪਏ 'ਚ ਇੰਟਰਸਟਿਡ ਹੈ, ਦੇਖੋ ਨਾ ਉਹ ਜਿਹੜੇ ਬੰਦੇ ਇੰਨੇ ਪਬਲਿਕ ਸਪਿਰਿਟਡ ਲੋਕ ਨੇ ਉਹਨਾਂ ਨੂੰ ਲੱਗਦਾ ਵਾ ਵੀ ਇਹ 350 ਕਰੋੜ ਰੁਪਏ ਦੀ ਹੈਗੀ ਹੈ। ਆਪਣੇ ਟਾਈਮ ਤਾਂ ਉਹ 200 ਕਰੋੜ ਦੀ ਵੀ ਪ੍ਰਾਪਰਟੀ ਨਹੀਂ ਵੇਚ ਸਕੇ ਸੀਗੇ। ਇਹ ਬੇਸਿਕਲੀ ਜਿਹੜਾ ਗੰਦ ਪਿਆ ਹੋਇਆ ਵਾ ਇੰਪਰੂਵਮੈਂਟ ਟਰਸਟ ਦੇ ਵਿੱਚ, ਇਹ ਅਕਾਲੀ ਦਲ ਔਰ ਬੀਜੇਪੀ ਦੇ ਟਾਈਮ ਦਾ ਹੀ ਪਿਆ ਹੋਇਆ ਵਾ। ਉਹ ਆਪਣਾ ਕੂੜਾ ਤਾਂ ਉਹਨਾਂ ਨੇ ਸਾਫ਼ ਕੀਤਾ ਨਹੀਂਗਾ, ਹੁਣ ਸਾਡੇ ਤੇ ਗੰਦ ਸੁੱਟਣ ਦੀ ਕੋਸ਼ਿਸ਼ ਨਾ। 350 ਕਰੋੜ ਦਾ ਗਾਹਕ ਲੈ ਆਉਂਦੇ ਨੇ। ਮੈਂ ਤੁਹਾਡੇ ਸਾਹਮਣੇ ਕਿ ਮੈਂ ਸਾਰੀ ਪ੍ਰੈਸ ਨੂੰ ਬੁਲਾ ਕੇ ਕਹਾਂਗਾ ਕਿ ਇਹ ਦੇਖੋ ਇਹ 350 ਕਰੋੜ ਦਾ ਗਾਹਕ, ਇਹ 100 ਕਰੋੜ ਦਾ ਡਰਾਫਟ ਲੈ ਕੇ ਆਏ ਨੇ। ਮੈਂ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਮੈਂ ਗਵਰਨਮੈਂਟ ਕੋਲੇ ਲੈ ਜਾਵਾਂਗਾ। ਮੈਂ ਗਵਰਨਮੈਂਟ ਨੂੰ ਕਹੂੰਗਾ ਸਾਨੂੰ ਇੰਨਾ ਵਧੀਆ ਸਾਨੂੰ ਬੰਦਾ ਮਾਲੀਆ ਦੇਣ ਵਾਲਾ ਬੰਦਾ ਮਿਲ ਗਿਆ ਤੇ ਫਿਰ ਸਾਨੂੰ ਕੀ ਲੋੜ ਹੈਗੀ ਹੈ। ਫਿਰ ਤਾਂ ਬੜਾ ਵੱਡਾ ਕੁਐਸਚਨ ਮੇਰੇ ਤੇ ਹੋਏਗਾ ਕਿ ਜੇ ਕੋਈ ਹੋਰ ਲੈ ਜਾਏਗਾ। ਗਵਰਨਮੈਂਟ ਆਪਣੇ ਲੈਵਲ ਤੇ ਇਸ ਤੇ ਡਿਸੀਜਨ ਲੈ ਲੇਗੀ, ਪਰ ਗੱਲ ਇਹ ਹੈ ਵੀ ਤੁਸੀਂ ਜਿਹੜਾ ਹੈਗਾ ਵਾ, ਗੱਲ ਇਹ ਹੈ ਵੀ ਗੱਲਾਂ ਨਾਲ ਗੱਲ ਨਹੀਂ ਹੋਣੀ, ਗੱਲਾਂ ਦਾ ਕੜਾਹ ਨਾ ਬਣਾਓ। ਜਿਹੜੀ ਚੀਜ਼ ਜਿਸ ਤਰ੍ਹਾਂ ਹੋਣੀ ਹੈ ਉਸ ਤਰ੍ਹਾਂ ਹੋਣੀ ਹੈ। ਤੁਸੀਂ ਹੀ ਉਹ ਬੰਦੇ ਸੀਗੇ, ਇਹੀ ਲੋਕ ਸੀਗੇ ਜਿਹੜੇ ਇਸੇ ਸਾਈਟ ਦੇ ਵਿੱਚ ਜਿਹੜੀ ਜਦੋਂ ਅਸੀਂ ਆਕਸ਼ਨ ਕਰ ਰਹੇ ਸੀਗੇ, ਇੱਕ ਸਕੂਲ ਸਾਈਟ ਦੀ ਕੰਟਰੋਵਰਸੀ ਹੋ ਗਈ ਸੀਗੀ, ਉਹ ਲੈ ਕੇ ਘੁੰਮਦੇ ਫਿਰ ਸੀਗੇ। ਉਹਦੇ ਵਿੱਚ ਹੀ ਤਾਂ ਲਿਖਿਆ ਹੋਇਆ ਸੀਗਾ, ਉਹਦੇ ਵਿੱਚ ਹੀ ਉਸੇ ਪੈਂਫਲੇਟ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀਗਾ। ਤੁਹਾਨੂੰ ਕਿਉਂ ਨਾ ਸਮਝ ਆਇਆ ਕਿ ਵੀ ਇਹ ਵੀ ਇੱਕ ਚੱਲਦੀ ਪਈ ਹੈਗੀ ਹੈ? ਤੁਸੀਂ ਕਿਉਂ ਨਹੀਂ ਪਾਰਟਿਸਿਪੇਟ ਕੀਤਾ? ਗੱਲ ਤਾਂ ਕੁਐਸਚਨ ਉਹ ਜਵਾਬ ਦੇਣ ਕਿ ਵੀ ਅਸੀਂ ਜਦੋਂ ਤੁਹਾਨੂੰ ਪਤਾ ਸੀਗਾ ਇਹ ਆਕਸ਼ਨ ਚੱਲ ਰਹੀ ਹੈਗੀ ਹੈ, ਤੁਸੀਂ ਇੰਨੇ ਪਬਲਿਕ ਸਪਿਰਿਟਡ ਬੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਗਵਰਨਮੈਂਟ ਨੂੰ ਅਸੀਂ ਮਾਲੀਆ ਇਕੱਠਾ ਕਰਕੇ ਦੇਣਾ ਵਾ, ਫਿਰ ਤੁਹਾਨੂੰ ਆ ਕੇ ਉੱਥੇ ਬਹਿਣਾ ਚਾਹੀਦਾ ਸੀ। ਉੱਥੇ ਆ ਕੇ ਦੇਖੋ ਐਲੀਗੇਸ਼ਨਸ ਲਾਣੀਆਂ ਗੱਲ ਹੋਇਆ, ਐਲੀਗੇਸ਼ਨ ਸਟਿਕ ਕਰਨੀਆਂ ਵੀ ਬੜੀਆਂ ਜ਼ਰੂਰੀ ਹੈ। ਮੇਰੇ ਵੱਲੋਂ ਪੂਰੀ ਪਾਰਦਰਸ਼ਤਾ ਨਾਲ ਕੰਮ ਹੋਇਆ ਵਾ। ਅਸੀਂ ਜਿੰਨੀ ਟਰਾਂਸਪੇਰੈਂਸੀ ਕਰ ਸਕਦੇ ਸੀ ਅਸੀਂ ਉਨੀ ਕੀਤੀ ਹੈਗੀ ਹੈ। ਇਸ ਤੋਂ ਵੱਧ ਵੀ ਜੇ ਕੋਈ ਮੇਰੇ ਤੋਂ ਐਕਸਪੈਕਟ ਕਰਦਾ ਵਾ, ਜੇ ਕੋਈ ਮੈਨੂੰ ਸੁਜੈਸ਼ਨ ਦਿੰਦਾ ਵਾ, ਮੈਂ ਉਹਨੂੰ ਇਨਕੋਰਪੋਰੇਟ ਕਰਨ ਨੂੰ ਤਿਆਰ ਹਾਂ। ਆਖਰੀ ਸਵਾਲ ਸਰ, ਜਿਹੜਾ ਰਿਜ਼ਰਵ ਪ੍ਰਾਈਸ ਹੁੰਦਾ ਇੰਪਰੂਵਮੈਂਟ ਟਰਸਟ ਦਾ, ਉਹ ਫਿਕਸ ਕਿਸ ਤਰ੍ਹਾਂ ਕੀਤਾ ਜਾਂਦਾ? ਤੁਸੀਂ ਆਪਣੀ ਮਰਜ਼ੀ ਨਾਲ ਫਿਕਸ ਕਰਦੇ ਹੋ, ਮਾਰਕੀਟ ਰੇਟ ਦੇ ਹਿਸਾਬ ਨਾਲ ਫਿਕਸ ਕਰਦੇ ਹੋ, ਉਹ ਫਿਕਸ ਕਿਸ ਤਰ੍ਹਾਂ ਹੁੰਦਾ ਰਿਜ਼ਰਵ ਪ੍ਰਾਈਸ? ਇਹ ਰਿਜ਼ਰਵ ਪ੍ਰਾਈਸ ਦੀ ਜਿਹੜੀ ਹੈਗੀ ਹੈ, ਅੱਜ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਵੀ ਪ੍ਰਾਪਰਟੀਆਂ ਅਸੀਂ ਐਕਵਾਇਰ ਕੀਤੀਆਂ ਹੋਈਆਂ ਪ੍ਰਾਪਰਟੀਆਂ, ਉਹਨਾਂ ਦੀ ਕੋਈ ਐਕੁਜੀਸ਼ਨ ਕਾਸਟ ਹੈ। ਇਹ ਪ੍ਰਾਪਰਟੀਆਂ ਬਹੁਤ ਪੁਰਾਣੀਆਂ ਲਿੱਤੀਆਂ ਹੋਈਆਂ, ਉਹਨਾਂ 'ਤੇ ਐਵਰੇਜ ਜਿਹੜਾ ਹੈਗਾ ਵਾ, ਪਹਿਲਾਂ ਸਾਡਾ ਹੁੰਦਾ ਸੀ ਵੀ ਜਦੋਂ ਅਸੀਂ 7% ਹਰ ਸਾਲ ਉਹਨੂੰ ਕਰਨਾ ਹੁੰਦਾ ਸੀ, ਫਿਰ ਗਵਰਨਮੈਂਟ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ ਵੀ ਸਾਡੀ ਇਹ ਰਿਜ਼ਰਵ ਪ੍ਰਾਈਸ ਪਿਛਲੇ ਸਾਲ ਇੰਨੀ ਹੈ, ਇਸ ਸਾਲ ਇੰਨੀ ਹੈ, ਇਸ ਸਾਲ ਇੰਨੀ ਹੈ। ਉੱਤੇ ਉਸ ਤੋਂ ਬਾਅਦ 2020 ਦੇ ਵਿੱਚ ਇੱਕ ਗਵਰਨਮੈਂਟ ਵੱਲੋਂ ਐਕਟ ਆ ਗਿਆ ਜਿਹਨੂੰ ਪ੍ਰੋਪਰਟੀ ਐਂਡ ਮਿਊਨਿਸਪਲ ਪ੍ਰੋਪਰਟੀਜ਼ ਮੈਨੇਜਮੈਂਟ ਐਂਡ ਟਰਾਂਸਫਰ ਐਕਟ 2020 ਕਹਿੰਦੇ। ਉਹਦੇ ਵਿੱਚ ਇਹ ਇੱਕ ਡੀਸੀ ਚੇਅਰਮੈਨ ਹੈਗਾ ਵਾ, ਡੀਸੀ ਚੇਅਰਮੈਨ ਹੈ, ਔਰ ਉਸਨੇ ਉਹਦੇ ਵਿੱਚ ਇੱਥੋਂ ਦੇ ਮੈਂਬਰ ਪਾਰਲੀਮੈਂਟ, ਇੱਥੋਂ ਦੇ MLA, ਇੱਥੋਂ ਦੇ ਮੇਅਰ, ਕਮਿਸ਼ਨਰ, ਮੈਂ ਇੱਥੋਂ ਦਾ SDMs ਉਸ ਏਰੀਆ ਦੇ, ਡਿਸਟ੍ਰਿਕਟ ਰੈਵਨਿਊ ਅਫਸਰ, ਤੇ ਇਹ ਸਾਰੇ ਅਸੀਂ ਉੱਥੇ ਸਾਡੇ ਸਟਾਫ ਜਿਹੜਾ ਵਾ ਉੱਥੇ ਮੈਂਬਰ ਹੈ। ਜਿਹੜੀ ਵੀ ਪ੍ਰਾਪਰਟੀ ਹੁਣ ਮਿਊਨਿਸਪੈਲਿਟੀ ਦੀ ਲਿਮਿਟ ਦੇ ਵਿੱਚ ਵਿਕਣੀ ਹੈ, ਉਹਦੀ ਪ੍ਰਾਈਸ ਫਿਕਸੇਸ਼ਨ ਉਹਨੇ ਕਰਨੀ ਹੈ। ਉਹਦੀ ਕੋਈ ਵੀ ਪ੍ਰਾਈਸ ਦੀ ਜਿਹੜੀ ਹੈਗੀ ਹੈ, ਜਿਹੜੀ ਪ੍ਰਾਪਰਟੀ ਹੈ, ਉਹਦਾ ਪ੍ਰਾਈਸ DC ਰੇਟ ਤੋਂ ਘੱਟ ਨਹੀਂ ਹੋ ਸਕਦਾ ਸਾਡਾ। ਪਰ ਅਸੀਂ ਕਿਉਂਕਿ ਸਾਡੀ ਐਕੁਜੀਸ਼ਨ ਕਾਸਟ ਹੁੰਦੀ ਹੈ, ਅਸੀਂ DC ਰੇਟ, ਇੱਥੇ DC ਰੇਟ ਸ਼ਾਇਦ 23-24 ਹਜ਼ਾਰ ਹੈ, ਪਰ ਅਸੀਂ ਇਹਦਾ ਰੇਟ ਕੋਈ 56,000 ਪਲੱਸ ਇਹਦਾ ਅਪਰੂਵ ਕਰਾਇਆ। ਇਹਨਾਂ ਨੇ ਅਪਰੂਵ ਕਰਕੇ ਦਿੱਤਾ, ਅਸੀਂ ਫਿਰ ਉਸ ਤੋਂ ਬਾਅਦ ਗਵਰਨਮੈਂਟ ਤੋਂ ਮਨਜ਼ੂਰੀ ਲਿੱਤੀ, ਉਸ ਤੋਂ ਬਾਅਦ ਅਸੀਂ ਇਸ ਨੂੰ ਜਿਹੜਾ ਵਾ ਆਕਸ਼ਨ ਦੇ ਪ੍ਰੋਸੈਸ 'ਚ ਪਾਇਆ। ਆਲਟਰਨੇਟਿਵ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਕਿੰਨਾ ਸੀ? ਇਹਦਾ 56,000 ਕੁਛ ਸੀਗੀ, ਜਿਹਦਾ 91 ਕਰੋੜ ਕੁਛ ਰੁਪਏ ਬੰਦ, 56,000 ਪਲੱਸ ਇਹ ਵਿਕੀ 98 ਕਰੋੜ ਦੀ, 98 ਕਰੋੜ ਦੇ ਨੇੜੇ ਤੇੜੇ ਵਿਕੀ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਨ ਸਾਡੇ ਨਾਲ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਮਨ ਸੁਬਰਾਮਨਿਆ, ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ, ਤੇ ਜਿਹੜੇ ਇਲਜ਼ਾਮ ਲਗਾਉਂਦੇ ਸੀਗੇ ਕਿ ਮਾਰਕੀਟ ਰੇਟ ਉਸ ਪ੍ਰਾਪਰਟੀ ਦਾ 350 ਕਰੋੜ ਹੈ, ਤਾਂ ਇੰਪਰੂਵਮੈਂਟ ਟਰਸਟ ਨੇ 98 ਕਰੋੜ 'ਚ ਕਿਉਂ ਵੇਚੀ? ਤਾਂ ਚੇਅਰਮੈਨ ਸਾਹਿਬ ਦਾ ਖੁੱਲਾ ਆਫਰ ਉਹਨਾਂ ਨੂੰ ਕਿ ਉਹ ਗਾਹਕ ਲੈ ਕੇ ਆਉਣ, ਤੇ ਮੈਂ ਲੈ ਕੇ ਜਾਊਂਗਾ ਉਹਨਾਂ ਨੂੰ ਸਰਕਾਰ ਦੇ ਕੋਲ, ਸਾਰੇ ਮੀਡੀਆ ਦੇ ਸਾਹਮਣੇ ਉਹ ਗਾਹਕ ਨੂੰ ਰੱਖੂੰਗਾ ਵੀ, ਤੇ ਲੈ ਕੇ ਵੀ ਜਾਊਂਗਾ ਸਰਕਾਰ ਦੇ ਕੋਲ, ਤੇ ਉਹਨਾਂ ਨੂੰ ਹੀ ਉਹ ਪ੍ਰਾਪਰਟੀ ਦਵਾਊਂਗਾ, ਕਿਉਂਕਿ ਇੰਪਰੂਵਮੈਂਟ ਟਰਸਟ ਨੂੰ ਤਾਂ ਵੱਧ ਫੰਡ ਆ ਰਿਹਾ, ਤੇ ਵੱਧ ਫੰਡ ਕਿਹਨੂੰ ਨਹੀਂ ਮਨਜ਼ੂਰ। ਤਾਂ ਵਧੇਰੇ ਅਪਡੇਟਸ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਸਤਨ ਮਠਾੜੂ ਦੇ ਨਾਲ ਸਨਵਜੀਤ ਸਿੰਘ ਭੱਲਾ, ਲੁਧਿਆਣਾ।